Hello dear students. So ਹਾਲੇ ਤੱਕ ਆਪਾਂ study ਕੀਤਾ ਕਿ what is STP standard temperature pressure, what is kinetic energy of gases, real gases and ideal gases. So ਹਾਲੇ ਤੱਕ ਆਪਾਂ ਇਹਨਾਂ topics ਦੀ study ਕੀਤੀ ਆਪਣੇ second chapter ਦੇ ਵਿੱਚ, that is gas laws. So ਹੁਣ ਆਪਾਂ next start ਕਰਨਾ ਆ ਆਪਣੇ laws. ਕੱਲ ਆਪਾਂ study ਕੀਤਾ ਸੀ ਆਪਣਾ first law, that is Boyle's law. So total 5 laws ਆਪਾਂ study ਕਰਨੇ ਆ. First is Boyle's law, second is Charles' law, third is Gray-Lussac law, and next is ideal gas law and combined gas. So ਕੱਲ ਅਸੀਂ study ਕੀਤਾ ਸੀ Boyle's law. So what is Boyle's law? ਕਿ ਜਦੋਂ ਆਪਾਂ ਕਿਸੇ ਵੀ ਗੈਸ ਨੂੰ ਇੱਕ ਕਲੋਜ਼ ਕੰਟੇਨਰ ਦੇ ਵਿੱਚ ਰੱਖਿਆ ਹੋਇਆ, ਆਪਾਂ ਉਹਦੇ ਉੱਪਰ ਜਦੋਂ ਪ੍ਰੈਸ਼ਰ ਪਾਉਂਦੇ ਆ, ਪ੍ਰੈਸ਼ਰ ਇਨਸਰਟ ਪਾਉਂਦੇ ਆ ਉਹਦੇ ਉੱਪਰ, ਤਾਂ ਉਹਦਾ ਜਿਹੜਾ ਵੋਲਿਊਮ ਆ ਉਹ ਡਿਕਰੀਜ਼ ਹੋ ਜਾਂਦਾ। ਸੋ ਕਿਸੇ ਗੈਸ ਦਾ ਵੋਲਿਊਮ ਕਦੋਂ ਡਿਕਰੀਜ਼ ਹੁੰਦਾ ਆ? ਜਦੋਂ ਆਪਾਂ ਉਹਦੇ ਉੱਪਰ ਪ੍ਰੈਸ਼ਰ ਪਾਉਂਦੇ ਆ। ਤੇ ਡਿਕਰੀਜ਼ ਕਿਉਂ ਹੁੰਦਾ ਆ? ਕਿਉਂਕਿ ਜਿਹੜੀ ਗੈਸ ਦੇ ਮੋਲੀਕਿਊਲਸ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਜ਼ਿਆਦਾ ਗੈਪ ਹੁੰਦਾ ਹੈ। ਮੈਂ ਲਾਸਟ ਲੈਕਚਰਸ ਦੇ ਵਿੱਚ ਕੀਤਾ ਸੀ ਕਿ ਜਿਹੜੇ ਗੈਸਿਸ ਮੋਲੀਕਿਊਲਸ ਆ ਉਹਨਾਂ ਦੇ ਵਿੱਚ ਜਿਹੜਾ ਗੈਪ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਹੈ। ਦਿਸ ਇਜ਼ ਅ ਮੋਲੀਕਿਊਲਸ ਆਫ ਐਨੀ ਗੈਸ। ਸੋ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਲੀਕੂਲਰ ਗੈਪ ਬਹੁਤ ਜ਼ਿਆਦਾ ਆ। ਸੋ ਜਦੋਂ ਆਪਾਂ ਕਿਸੇ ਗੈਸ ਨੂੰ ਕੰਪਰੈਸ ਕਰਦੇ ਹਾਂ, ਉਹਦੇ ਉੱਪਰ ਪ੍ਰੈਸ਼ਰ ਪਾਉਂਦੇ ਹਾਂ, ਉਹਨੂੰ ਕੰਪਰੈਸ ਕਰਦੇ ਹਾਂ, ਸੋ ਉਸ ਗੈਸ ਦਾ ਵੋਲਿਊਮ ਡਿਕਰੀਜ਼ ਕਰ ਜਾਂਦਾ ਹੈ। ਡਿਕਰੀਜ਼ ਕਿਉਂ ਕਰਦਾ ਹੈ? ਕਿਉਂਕਿ ਗੈਪ ਜ਼ਿਆਦਾ ਸੀ ਮੋਲੀਕਿਊਲਸ ਦੇ ਵਿੱਚ, ਅਤੇ ਜਦੋਂ ਆਪਾਂ ਪ੍ਰੈਸ਼ਰ ਪਾਇਆ, ਉਹਨਾਂ ਨੂੰ ਕੰਪਰੈਸ ਕੀਤਾ, ਤਾਂ ਜਿਹੜਾ ਉਹਨਾਂ ਦਾ ਵੋਲਿਊਮ ਹੈਗਾ ਆ ਉਹ ਘੱਟ ਗਿਆ। ਮੋਲੀਕਿਊਲਸ ਘੱਟ ਜਗ੍ਹਾ ਦੇ ਵਿੱਚ ਆ ਗਏ, ਕੁਛ ਇਸ ਤਰ੍ਹਾਂ ਦਾ ਸਟਰਕਚਰ ਬਣ ਗਿਆ, ਮੋਲੀਕਿਊਲਸ ਘੱਟ ਜਗ੍ਹਾ ਦੇ ਵਿੱਚ ਆ ਕੇ, ਸੋ ਉਹਨਾਂ ਦਾ ਜਿਹੜਾ ਵੋਲਿਊਮ ਆ ਉਹ ਡਿਕਰੀਜ਼ ਹੋ ਗਿਆ। ਸੋ ਬੋਇਲਸ ਲਾ ਕੀ ਕਹਿੰਦਾ ਹੈ? ਬੋਇਲਸ ਲਾ ਸੇ ਦੈਟ ਕਿ ਜਿਹੜਾ ਵੋਲਿਊਮ ਆ ਅਤੇ ਪ੍ਰੈਸ਼ਰ ਆ, ਇਹ ਦੋਨੋਂ ਇੱਕ ਦੂਸਰੇ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਸੋ ਤੁਸੀਂ ਇੱਥੇ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਇੱਕ ਗੈਸ ਲਈ ਆਪਾਂ ਪਿਸਟਨ ਸਿਲੰਡਰ ਅਰੇਂਜਮੈਂਟ ਦੇ ਵਿੱਚ, ਠੀਕ ਹੈ। ਸੋ ਉਸ ਗੈਸ ਦਾ ਵੋਲਿਊਮ ਸੀਗਾ, ਲੈਟ ਸਪੋਜ਼ 1 ਲੀਟਰ। ਸੋ 1 ਲੀਟਰ ਗੈਸ ਦਾ ਵੋਲਿਊਮ ਸੀਗਾ। ਉਸ ਤੋਂ ਬਾਅਦ ਉਹਦੇ ਉੱਪਰ ਪ੍ਰੈਸ਼ਰ ਪੈ ਰਿਹਾ ਸੀਗਾ, ਇੱਕ ਆਹ ਪਿਸਟਨ ਜਿਹੜਾ ਹੈ ਉਹਦੇ ਉੱਪਰ ਪ੍ਰੈਸ਼ਰ ਪਾ ਰਿਹਾ ਸੀ 100 mm ਆਫ ਮਰਕਰੀ, ਇਸ ਦੇ ਬਰਾਬਰ ਉਹਦੇ ਉੱਪਰ ਪ੍ਰੈਸ਼ਰ ਪੈ ਰਿਹਾ। ਸੋ ਜਿਹੜੇ ਗੈਸ ਦੇ ਮੋਲੀਕਿਊਲਸ ਆ, ਜਿਹੜੇ ਰੈੱਡ ਸਪੋਟਸ ਆ, ਇਹ ਗੈਸ ਦੇ ਮੋਲੀਕਿਊਲਸ ਆ, ਇਹ ਆਪਸ ਦੇ ਵਿੱਚ ਕੋਲਾਈਡ ਕਰ ਲਏ ਆ ਕੁਛ ਟਾਈਮ ਬਾਅਦ, ਠੀਕ ਹੈ। ਇਹਨਾਂ ਦੀ ਕਾਈਨੈਟਿਕ ਐਨਰਜੀ ਘੱਟ ਆ ਕਿਉਂਕਿ ਗੈਪ ਜ਼ਿਆਦਾ ਆ, ਕਾਈਨੈਟਿਕ ਐਨਰਜੀ ਘੱਟ ਆ, ਪਲੱਸ ਟੈਂਪਰੇਚਰ ਕੌਨਸਟੈਂਟ ਆ। ਸੋ ਜਦੋਂ ਆਪਾਂ ਉਸੀ ਗੈਸ ਦਾ ਏਸੀ ਪਿਸਟਨ ਸਿਲੰਡਰ ਅਰੇਂਜਮੈਂਟ ਦੇ ਵਿੱਚ ਪ੍ਰੈਸ਼ਰ ਇਨਕਰੀਜ਼ ਕਰਤਾ, ਪ੍ਰੈਸ਼ਰ ਅਸੀਂ ਡਬਲ ਕਰਤਾ, ਪ੍ਰੈਸ਼ਰ ਕਿੰਨਾ ਹੋ ਗਿਆ 200 mm ਆਫ ਮਰਕਰੀ। ਸੋ ਜਿਹੜਾ ਵੋਲਿਊਮ ਹੈਗਾ ਆ, ਵੋਲਿਊਮ ਕੀ ਕਰ ਜਾਏਗਾ ਤੁਹਾਡਾ? ਡਿਕਰੀਜ਼। ਸੋ ਪ੍ਰੈਸ਼ਰ ਇਨਕਰੀਜ਼ ਕਰਨ ਦੇ ਨਾਲ ਵੋਲਿਊਮ ਡਿਕਰੀਜ਼ ਕਰ ਗਿਆ, ਵੋਲਿਊਮ ਹਾਫ ਰਹਿ ਗਿਆ। ਪ੍ਰੈਸ਼ਰ ਆਪਾਂ ਡਬਲ ਕਰਤਾ, ਸੋ ਵੋਲਿਊਮ ਨੂੰ ਵੀ ਡਿਵਾਈਡ ਬਾਈ 2 ਕਰ ਦੇਣਾ, ਸੋ ਵੋਲਿਊਮ ਹਾਫ ਰਹਿ ਗਿਆ। ਸੋ ਡਿਕਰੀਜ਼ਿੰਗ ਵੋਲਿਊਮ ਇਨਕਰੀਜ਼ ਕੋਲੀਜਨ ਐਂਡ ਇਨਕਰੀਜ਼ ਪ੍ਰੈਸ਼ਰ। ਸੋ ਜਦੋਂ ਵੋਲਿਊਮ ਡਿਕਰੀਜ਼ ਹੋ ਗਿਆ, ਉਹਦੇ ਨਾਲ ਕੀ ਹੋਇਆ? ਜਿਹੜੀ ਇੰਟਰਮੋਲੀਕੂਲਰ ਕੋਲੀਜਨਸ ਆ ਉਹਨਾਂ ਦੀ ਸਪੀਡ ਜ਼ਿਆਦਾ ਹੋ ਗਈ। ਸੋ ਇਹੀ ਤੁਹਾਡਾ ਬੋਇਲਸ ਲਾ ਆ, ਦਾ ਪ੍ਰੈਸ਼ਰ ਐਂਡ ਵੋਲਿਊਮ ਆਫ ਏ ਗੈਸ ਆਰ ਇਨਵਰਸਲੀ ਪ੍ਰਪੋਰਸ਼ਨਲ। ਸੋ ਪ੍ਰੈਸ਼ਰ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਵੋਲਿਊਮ। ਸੋ ਅਗਰ ਪ੍ਰੈਸ਼ਰ ਇਨਕਰੀਜ਼ ਕਰੇਗਾ, ਪ੍ਰੈਸ਼ਰ ਵਧੇਗਾ, ਤਾਂ ਵੋਲਿਊਮ ਡਿਕਰੀਜ਼ ਕਰੇਗਾ, ਵੋਲਿਊਮ ਘੱਟ ਜਾਏਗਾ। ਅਤੇ ਇਸੇ ਤਰ੍ਹਾਂ ਅਗਰ ਵੋਲਿਊਮ ਵੱਧ ਜਾਏਗਾ ਤਾਂ ਪ੍ਰੈਸ਼ਰ ਘੱਟ ਜਾਏਗਾ। ਸੋ ਪ੍ਰੈਸ਼ਰ ਐਂਡ ਵੋਲਿਊਮ ਆਰ ਇਨਵਰਸਲੀ ਪ੍ਰਪੋਰਸ਼ਨਲ ਐਟ ਕੌਂਸਟੈਂਟ ਮਾਸ ਐਂਡ ਟੈਂਪਰੇਚਰ। ਸੋ ਜਿਹੜਾ ਮਾਸ ਅਤੇ ਟੈਂਪਰੇਚਰ ਆ ਉਹ ਕੌਂਸਟੈਂਟ ਹੋਣਾ ਚਾਹੀਦਾ। ਸੋ ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਜਿਹੜਾ ਮਾਸ ਹੈਗਾ ਆ, ਆਪਾਂ ਗੈਸ ਦਾ ਜਿਹੜਾ ਮਾਸ ਲਿਆ ਆ ਉਹ ਕੌਂਸਟੈਂਟ ਆ, ਉਹ ਕੋਈ ਗੈਸ ਬਾਹਰ ਨਹੀਂ ਨਿਕਲੀ, ਲੀਕ ਨਹੀਂ ਕੀਤੀ, ਉਹ ਕਲੋਜ਼ ਕੰਟੇਨਰ ਦੇ ਵਿੱਚ ਹੀ ਆ। ਸੋ ਮਾਸ ਅਤੇ ਟੈਂਪਰੇਚਰ ਅਗਰ ਕੌਂਸਟੈਂਟ ਰਹੇਗਾ, that is called Boyle's law. Pressure is inversely proportional to volume at constant mass and temperature. So ਜਿਹੜੀ ਐਕਸਪ੍ਰੈਸ਼ਨ ਹੈ that is P1 V1 is equal to P2 V2. So P1 ਕੀ ਹੈ? ਇਨੀਸ਼ੀਅਲ ਪ੍ਰੈਸ਼ਰ ਹੈ, V1 ਕੀ ਹੈ? ਇਨੀਸ਼ੀਅਲ ਵੋਲਿਊਮ।
ਜਦੋਂ ਆਪਾਂ ਪ੍ਰੈਸ਼ਰ ਇਨਕਰੀਜ਼ ਨਹੀਂ ਕੀਤਾ। ਐਂਡ P2 ਕੀ ਆ ਫਾਈਨਲ ਪ੍ਰੈਸ਼ਰ ਐਂਡ V2 ਕੀ ਆ ਫਾਈਨਲ ਵੋਲਿਊਮ। ਸੋ ਇਹ ਤੁਹਾਡਾ ਫਾਰਮੂਲਾ ਬਣ ਜਾਏਗਾ P ਡਾਇਰੈਕਟਲੀ ਪ੍ਰੋਪੋਰਸ਼ਨਲ ਟੂ 1/B। और सिंपली आप इस फॉर्मूले में इस तरह भी लिख सकते हैं, दैट इज कि P which is pressure is directly proportional to 1/B। ठीक है, सो इस तरह भी आप लिख सकते हैं। तो यही फॉर्मूला अगे जाके बन जाएगा P1V1 इज इक्वल टू P2V2। सो दिस इज योर बॉयल्स ला मैथमेटिकल एक्सप्रैशन। एग्जाम दे विच तुहानूं न्यूमेरिकल आ सकदा, इन्हां दे उपर बेस लॉज दे जिहड़े फॉर्मूलाज आ इन्हां दे बेस्ड, बट बहुत घट चांस हुंदे आ, कुछ चांस हुंदे आ कि एक छोटा कोई न्यूमेरिकल आ सकदा। सो नेक्स्ट इज टुडेज टॉपिक इज इंट्रो टू चार्ल्स लॉ। सो व्हाट इज चार्ल्स लॉ? सो ਇਹਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਮੇਜਿਨ ਕਰੋ ਕਿ ਆਪਾਂ ਇੱਕ ਬਲੂਨ ਲਿਆ ਜਿਹਦੇ ਵਿੱਚ ਗੈਸ ਫਿਲ ਕੀਤੀ ਹੋਈ ਹੈ, ਠੀਕ ਹੈ, ਉਹਨੂੰ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਰੱਖਤਾ। ਸੋ ਵਾਟ ਇਜ਼ ਹੈਪਨਿੰਗ ਟੂ दैट ਟੈਂਪਰੇਚਰ ਆਫ ਦ ਗੈਸ ਇਨ ਦ ਬਲੂਨ। ਸੋ ਉਸ ਬਲੂਨ ਦਾ ਜਿਹੜੀ ਗੈਸ ਸੀਗੀ ਉਸ ਬਲੂਨ ਦੇ ਵਿੱਚ ਫਿਲ ਕੀਤੀ ਹੋਈ, ਉਹਦੇ ਟੈਂਪਰੇਚਰ ਦੇ ਨਾਲ ਕੀ ਹੋਇਆ, ਤੇ ਜਿਹੜਾ ਉਸ ਬਲੂਨ ਦਾ ਜਿਹੜਾ ਵੋਲਿਊਮ ਸੀ ਉਹਨੂੰ ਕੀ ਹੋਇਆ। ਸੋ ਆ ਇੱਕ ਸਿੰਪਲ ਐਗਜ਼ਾਮਪਲ ਆ, ਆਪਾਂ ਇੱਕ ਬੈਲੂਨ ਲਿਆ ਜਿਹਦੇ ਵਿੱਚ ਆਪਾਂ ਕੋਈ ਵੀ ਗੈਸ ਫਿਲ ਕੀਤੀ ਹੋਈ ਸੀ, ਉਹਦਾ ਕੋਈ ਟੈਂਪਰੇਚਰ ਸੀਗਾ। ਸੋ ਉਹਨੂੰ ਆਪਾਂ ਕਿਹਦੇ ਵਿੱਚ ਰੱਖਤਾ, ਲਿਕੁਇਡ ਨਾਈਟ੍ਰੋਜਨ ਦੇ ਵਿੱਚ। ਲਿਕੁਇਡ ਨਾਈਟ੍ਰੋਜਨ ਇੱਕ ਬਹੁਤ ਲੋ ਟੈਂਪਰੇਚਰ ਤੇ ਐਗਜ਼ਿਸਟ ਕਰਦੀ ਹੈ ਗੈਸ, ਲਿਕੁਇਡ ਨਾਈਟ੍ਰੋਜਨ, ਠੀਕ ਹੈ। ਸੋ ਕੀ ਹੋ ਗਿਆ, ਉਹਦਾ ਜਿਹੜਾ ਟੈਂਪਰੇਚਰ ਸੀ ਤੇ ਵੋਲਿਊਮ ਸੀ ਉਹ ਡਿਕਰੀਜ਼ ਹੋ ਗਿਆ। ਸੋ ਕੀ ਕਹਿੰਦਾ ਹੈ ਚਾਰਲਸ ਲਾ, the volume and absolute temperature of gas, the volume and absolute temperature of gas are directly proportional, and increase in temperature leads to an increase in volume। so ਜਿਹੜਾ volume ਤੇ absolute temperature of gas ਉਹ directly proportional ਆ, यानी कि अगर वॉल्यूम इनक्रीज करेगा तो यानी ਜਿਹੜਾ ਟੈਂਪਰੇਚਰ ਆ ਉਹ ਵੀ ਇਨਕਰੀਜ਼ ਕਰੇਗਾ, अगर वॉल्यूम डिक्रीज करेगा तो ਜਿਹੜਾ ਐਬਸੋਲੂਟ ਟੈਂਪਰੇਚਰ ਆ ਉਹ ਵੀ डिक्रीज करेगा। सो ग्राफ ਤੋਂ ਵੀ नीचे क्लीयर है ਤੁਹਾਨੂੰ कि वॉल्यूम इज डायरेक्टली प्रोपोर्शनल टू टेंपरेचर और एब्सोल्यूट टेंपरेचर, ठीक है। सो ਇਹਦੇ ਵਿੱਚ लेकिन कंडीशन की है, एट कॉन्स्टेंट मास एंड प्रैशर। सो ਇਹਦੇ ਵਿੱਚ याद रखना चार्ल्स ला ਦੇ ਵਿੱਚ कॉन्स्टेंट की है मास ਤੇ प्रैशर, बॉयल्स ला ਦੇ ਵਿੱਚ कॉन्स्टेंट की सी मास एंड टैंपरेचर, ਇਹਦੇ ਵਿੱਚ कॉन्स्टेंट है मास एंड प्रैशर। सो सिंपल जी डेफिनेशन आ, द वॉल्यूम एंड टेंपरेचर आर डायरेक्टली प्रोपोर्शनल, ठीक है। वॉल्यूम एंड टेंपरेचर आर डायरेक्टली प्रोपोर्शनल एट कॉन्स्टेंट मास एंड प्रैशर। सो मैथमेटिकली की बनेगा, एक एग्जाम्पल दी हुई है, डायग्राम तो देखो तो चंगी तरह समझ सकोगे। आ एक गैस आ, एक पिस्टन सिलेंडर अरेंजमेंट आ, क्लोज पिस्टन कंटेनर दे विच एक गैस फिल की हुई है जिहदा वॉल्यूम हैगा आ V1। तो V1 इज द वॉल्यूम ऑफ दैट गैस, टैंपरेचर है T1, आप एक स्पैसीफिक टैंपरेचर उन्होंने प्रोवाइड करा रहे हैं T1। सो जदों आप टैंपरेचर इनक्रीज करांगे, ठीक है, आप टैंपरेचर इनक्रीज करना स्टार्ट करता, सो की होया गैस का जिहड़ा वॉल्यूम आ वो भी इनक्रीज होना स्टार्ट हो गया। हुण इत्थे मास ते प्रैशर सेम सी, जिहड़ा उपरों प्रैशर पै रहा है पिस्टन के उपर वो सेम आ, मास भी सेम आ, प्रैशर भी सेम आ, बट जदों आप टैंपरेचर इनक्रीज किया तो उहदे नाल वॉल्यूम भी इनक्रीज कर गया। तो वॉल्यूम क्यों इनक्रीज कर गया, क्योंकि आप काइनेटिक एनर्जी थ्योरी पढ़ी सी, उहदे विच सीगा कि जदों भी आप किसी गैस नूं हीट प्रोवाइड करते हैं तो जिहड़ा उहदा इंटरमोलीकुलर जिहड़े मॉलीक्यूल्स हैगे, इंटरमोलीकुलर फोर्सिस इनक्रीज हो जांदियां, काइनेटिक एनर्जी इनक्रीज हो जांदी है। मीनस कि जिहड़े इहदे मॉलीक्यूल्स आ उन्हां दी जिहड़ी काइनेटिक एनर्जी आ वो ज़्यादा हो जाती है। जो काइनेटिक एनर्जी ज़्यादा हो गई, सो की हो गया, इन्हां दे विच वाइब्रेशनस मोशन ज़्यादा आ गया, सो इस करके जिहड़ा गैस का वॉल्यूम आ वो इनक्रीज हो गया, ठीक है। सो सिंपल याद रखना है कि चार्ल्स ला दे विच
ਪ੍ਰੈਸ਼ਰ ਸੌਰੀ ਟੈਂਪਰੇਚਰ ਤੇ ਵੋਲਿਊਮ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਠੀਕ ਹੈ, ਚਾਰਲਸ ਲਾ ਦੇ ਵਿੱਚ ਟੈਂਪਰੇਚਰ ਐਂਡ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਤੇ ਕੰਡੀਸ਼ਨ ਕੀ ਹੈ ਇੱਕ ਸਿੰਪਲ ਕਿ ਜਿਹੜਾ ਮਾਸ ਤੇ ਪ੍ਰੈਸ਼ਰ ਆ ਉਹ ਸੇਮ ਹੋਵੇ, ਮਾਸ ਤੇ ਪ੍ਰੈਸ਼ਰ ਕਾਂਸਟੈਂਟ ਹੋਵੇ। So this is the mathematical expression of Charles law, that is V1 divided by T1 is equal to V2 divided by T2। और असी simple अगर लिखना होवे ते V is directly proportional to, तो आ simple formula है। तो यही formula अगे जाके फिर बनेगा, that is V divided by T is equal to constant। ठीक है, सो यही फॉर्मूला बनेगा। यही फॉर्मूले तो अगे फिर ड्राइव होता है कि V1 divided by T1 is equal to V2 divided by T2। so this is your mathematical expression of Charles law। सिंपल याद रखना है दोनों के विच डिफरेंस की है। डिफरेंस इज कि जिहड़ा बॉयल्स ला सी उहदे विच प्रैशर ते वॉल्यूम की गल कर रहे सी आपां। प्रैशर इनवर्सली प्रोपोर्शनल टू वॉल्यूम सीगा ते कंडीशन की सी एट कॉन्स्टेंट मास एंड टैंपरेचर। ते चार्ल्स ला दे विच आपां गल करनी आ वॉल्यूम ते टैंपरेचर दी। वॉल्यूम एंड टैंपरेचर डायरैक्टली प्रोपोर्शनल आ ते कंडीशन की आ एट कॉन्स्टेंट मास एंड pressure। so this is your Charles law। ठीक है, so next है साडा हुण गे-लुसाक्स लॉ। ठीक है, सो ये आप नैक्सट लैक्चर दे विच करांगे। ये भी ऑलमोस्ट सिमिलर ही आ चार्ल्स लॉ के अकॉर्डिंग। तो इस तो इलावा साडा फिर रह गया कंबाइंड गैस लॉ, वो भी आप नैक्सट लैक्चर दे विच करांगे। तो किसी भी स्टूडेंट को कोई डाउट होया चार्ल्स लॉ दे विच कोई एक्सप्रैशन नहीं समझ आई तो अपने जूम पर जो आप मीटिंग करांगे उहदे विच एक बार क्लीयर कर लियो डाउट। सो ये बेस के उपर एक अद्धा नूमैरिकल मैं तुहानूं सेंड कर दांगा, वो भी तुसीं सॉल्व करके देख लेना है कि किस तरह काम करता है। सिंपल फंडा चार्ल्स लॉ दे विच वॉल्यूम एंड टैंपरेचर इज डायरैक्टली प्रोपोर्शनल एंड इन बॉयल्स लॉ प्रैशर एंड वॉल्यूम आर इनवर्सली प्रोपोर्शनल। एंड चार्ल्स लॉ की कंडीशन की है एट कॉन्स्टेंट प्रैशर एंड मास। सो अपनी असाइनमेंट सारे स्टूडेंट 7 सितंबर तक सबमिट करवा देना। थैंक यू।